आऊज़ु बिल्लाहि मिनश शैतानिर रजीम बिस्मिल्लाहिर रहमानिर रहीम अल्लाहुम्मा सल्लि अला सय्यदना मौलाना मुहम्मदिन व अला आलिहि व सहबिहि व बारिक वसल्लम। तमाम तारीफ़ें रब्बुल इज़्ज़त की हैं जो तमाम जहानों को पालने वाला है और हर किस्म का इल्म अपने बंदों को अता करने वाला है। नाज़रीन किराम, एक बड़ी दिलचस्प तुहानूं गल दस्सन लगे हाँ पंजाबी ज़बान दे विच। ਇਹ ਬਜ਼ੁਰਗ ਮੇਰੇ ਕੋਲ ਬੈਠੇ ਨੇ, ਮੇਰੇ ਦੋਸਤ ਨੇ, ਬੜੇ ਅੱਛੇ ਹਕੀਮ ਮੁਮਤਾਜ਼ ਅਹਿਮਦ ਚਿਸ਼ਤੀ। ਤੇ ਹੁਣ ਹੀ ਇੱਕ ਬੰਦੇ ਨੂੰ ਅਸੀਂ ਮਿਲਣ ਚੱਲੇ ਆ, ਤੇ ਕਿਉਂਕਿ ਉੱਥੇ ਵੀਡੀਓ ਨਹੀਂ ਬਣਾ ਸਕਦੇ, ਉੱਥੇ ਵਿਆਹ ਵਾਲਾ ਘਰ ਹੈ, ਸ਼ਾਦੀ ਹੈ। ਉਹ ਬੰਦਾ ਜਿਹੜਾ ਉਹ ਟੋਬਾ ਟੇਕ ਸਿੰਘ ਦਾ ਰਹਿਣ ਵਾਲਾ ਹੈ। ਇੱਥੇ ਕਦੀ ਕਦੀ ਸਾਡੇ ਕੋਲ ਆਉਂਦਾ ਹੈ, ਡਸਕੇ ਨਾ ਉਹਦੀ ਬੱਚੀ ਰਹਿੰਦੀ ਹੈ, ਯਾਨੀ ਉਹਦੀ ਬੱਚੀ ਦਾ ਵਿਆਹ ਹੋਇਆ ਇੱਥੇ। ਉਹ ਕਦੀ ਕਦੀ ਹੁੰਦਾ ਤੇ ਸਾਡੀ ਸਲਾਮ ਦੁਆ ਦੇ ਨਾਲ ਹੋ ਗਈ ਤਕਰੀਬਨ 10-20 ਸਾਲ ਪਹਿਲਾਂ ਦੀ ਗੱਲ ਹੈ, 15-20 ਸਾਲ ਪਹਿਲਾਂ, 35 ਸਾਲ ਇਹ ਬਾਬੇ ਦੱਸ ਰਹੇ 35 ਸਾਲ ਪਹਿਲਾਂ ਦੀ ਗੱਲ ਹੈ। ਉਹਦੀ ਸਾਡੀ ਸਲਾਮ ਦੁਆ ਹੋ ਗਈ ਤੇ ਬੰਦਾ ਉਹ ਬੜਾ ਉਮਰ ਰਸੀਦਾ ਹੈ। ਹੁਣ ਵੀ ਉਹਦੀ ਉਮਰ 110 ਸਾਲ ਦੇ ਕੋਲ ਹੋਣੀ ਹੈ। ਤੇ ਬੰਦਾ ਪੁਰਾਣੀ ਮਸ਼ਕ ਕਰਦਾ ਬੰਦਾ, ਯਾਨੀ ਤਬਾਬਤ ਕਰਦਾ ਹੈ ਤੇ ਸੰਨਿਆਸੀ ਬੰਦਾ ਹੈ ਤੇ ਲਾਜ ਮੁਆਲਜਾ ਵੀ ਕਰਦਾ ਹੈ, ਦਮ ਦਰੂਦ ਵੀ ਕਰਦਾ ਹੈ, ਲੇਕਿਨ ਬੰਦਾ ਸਮਝਦਾਰ ਹੈ। ਮੈਂ ਇੱਥੇ ਸਾਡੇ ਕੋਲ ਆ ਕੇ ਨਾ ਡਸਕੇ, ਹੁਣ ਤਾਂ ਅਸੀਂ ਡੇਰੇ 'ਤੇ ਬੈਠੇ ਹਾਂ, ਲੇਕਿਨ ਡਸਕੇ ਸ਼ਹਿਰ ਦੇ ਵਿੱਚ ਨਾ ਸਾਡੇ ਕੋਲ 2-2 3-3 ਦਿਨ ਰਹਿ ਕੇ ਜਾਂਦਾ ਹੈ। ਉਹ ਨਾ ਹੁਣ ਹੀ ਉਹਨੇ ਫੋਨ ਕੀਤਾ ਸਾਨੂੰ ਕਿ ਯਾਰ ਮੈਨੂੰ ਆ ਕੇ ਮਿਲੋ, ਮੈਂ ਵਿਆਹ ਵਾਲੇ ਘਰ ਬੈਠਾ ਵਾਂ ਤੇ ਇੱਥੇ ਆਓ ਮੇਰੇ ਕੋਲ ਤੇ ਆ ਕੇ ਮੈਨੂੰ ਮਿਲੋ। ਅਸਾਂ ਉਹਨੂੰ ਕਿਹਾ ਕਿ ਹੁਣ ਗੱਲ ਆ ਕਿ ਅੱਜ ਜੁਮੇ ਦਾ ਦਿਨ ਹੈ ਤੇ ਜੁਮਾ ਪੜ੍ਹ ਕੇ ਤੇ ਫਿਰ ਅਸੀਂ ਤੈਨੂੰ ਮਿਲਦੇ ਹਾਂ। ਤੇ ਉੱਥੇ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਉੱਥੇ ਸ਼ੋਰ ਬੜਾ ਹੋਣਾ, ਵਿਆਹ ਵਾਲਾ ਘਰ ਹੈ। ਤੇ ਇਹ ਮੁਰਗੀ ਮੇਰੀ ਜਿਹੜੀ ਨੇ ਬੜਾ ਤੰਗ ਕੀਤਾ, ਕਦੀ ਇੱਧਰ ਨੂੰ ਛਾਲ ਮਾਰਦੀ ਹੈ, ਕਦੀ ਇੱਧਰ ਨੂੰ ਮਾਰਦੀ ਹੈ, ਅੱਲਾ ਬਿਹਤਰ ਜਾਣਦਾ ਕੀ ਜਾਂਦੀ ਹੈ। ਤੇ ਉਹ ਨਾ ਗੱਲ ਇੱਕ ਵਾਰੀ ਸਿਆਲ ਦਾ, ਪਿਛਲੇ ਸਿਆਲ ਦੇ ਦਿਹਾੜੇ ਸਨ ਤੇ ਰਾਤ ਨੂੰ ਅਸੀਂ ਬੈਠੇ ਹੋਏ ਹਾਂ ਤੇ ਇਹ ਬਾਬੇ ਮੁਮਤਾਜ਼ ਨੇ ਮੈਨੂੰ ਫੋਨ ਕੀਤਾ ਕਿ ਯਾਰ ਸੂਫੀ ਹੋਰੀ ਆਏ ਨੇ ਤੇ ਇੱਥੇ ਆ ਸਾਡੇ ਕੋਲ, ਤੇ ਨਾਲੇ ਆਉਂਦਿਆਂ ਨਾ ਥੋੜੀ ਮੱਛੀ ਲੈ ਕੇ, ਤਲੀ ਹੋਈ ਮੱਛੀ ਨਾ ਥੋੜੀ ਲੈ ਕੇ ਆ ਤੇ ਬਹਿ ਕੇ ਖਾਈਏ। ਮੈਂ ਕਿਹਾ ਚਲੋ ਠੀਕ ਹੈ। ਮੈਂ ਆਉਣਾ, ਸਿਆਲ ਠੰਡ ਬੜੀ ਸੀ ਤੇ ਪੋਹ ਦਾ ਮਹੀਨਾ ਸੀ। ਮੈਂ ਉੱਥੋਂ 10 ਕਿਲੋ ਮੱਛੀ ਲੈ ਕੇ ਤੇ ਮੈਂ ਆ ਗਿਆ। ਅਸੀਂ ਬੈਠੇ ਤੇ ਅਸੀਂ ਤਿੰਨੇ ਹੀ ਸਾਂ। ਉਹ ਖਾਧੀ ਪੀਤੀ, ਖਾ ਪੀ ਕੇ ਤੇ ਹੁੱਕਾ ਪਿਆ ਸੀ, ਅਸੀਂ ਹੁੱਕੇ ਦੀ ਵਾਰੀ ਲਾਉਣ ਲੱਗ ਪਏ। ਚਾਹ ਬਣ ਕੇ ਆ ਗਈ, ਚਾਹ ਅਸੀਂ ਪੀਣ ਲੱਗ ਪਏ। ਤੇ ਉਹਦਾ ਨਾਂ ਹੈ ਸੂਫੀ ਰਸ਼ੀਦ, ਟੂਬੇ ਦਾ ਰਹਿਣ ਵਾਲਾ। ਮੈਂ ਕਿਹਾ ਬਾਬਾ ਗੱਲ ਹੈ ਵੇ ਕਿ ਬੰਦਾ ਤੂੰ ਪੁਰਾਣਾ ਆਦਮੀ ਹੈ ਤੇ ਬੰਦਾ ਵੀ ਸਮਝਦਾਰ ਹੈ, ਤੇ ਕੋਈ ਗੱਲ ਸੁਣਾ ਹਾਂ ਜ਼ਰਾ, ਕੋਈ ਐਸੀ ਕਿ ਜਿਹੜੀ ਕਿਸੇ ਦਾ ਫਾਇਦਾ ਵੀ ਹੋ ਜਾਏ, ਕਿਸੇ ਦਾ ਭਲਾ ਵੀ ਹੋ ਜਾਏ। ਕੋਈ ਆਪਣਾ ਕੀਮਤੀ ਨੁਸਖਾ ਦੱਸ, ਕੋਈ ਇਲਾਜ ਮੁਆਲਜੇ ਦੀ ਕੋਈ ਗੱਲ ਦੱਸ। ਉਹ ਕਹਿਣ ਲੱਗਾ ਗੱਲ ਹੈ ਵੇ ਕਿ ਮੈਨੂੰ ਇੱਕ ਦਰਵੇਸ਼ ਕੋਲੋਂ, ਯਾਨੀ ਇੱਕ ਮੰਗਣ ਵਾਲੇ ਕੋਲੋਂ ਇੱਕ ਨੁਸਖਾ ਲੱਭਾ ਕਿ ਜਿਹੜਾ ਬੜਾ ਹੀ ਸ਼ਾਨਦਾਰ ਸੀ ਤੇ ਜੋੜਾਂ ਦੀ ਦਰਦਾਂ ਵਾਸਤੇ। ਅੱਜ ਨੂੰ ਅਸੀਂ ਗੈਂਠੀ ਆਉਂਦੇ ਹਾਂ, ਇਹ ਵੱਡੇ ਜੋੜਾਂ ਦੀ ਦਰਦ ਹੁੰਦੀ ਹੈ ਤੇ ਜੋੜ ਸੁੱਜ ਜਾਂਦੇ ਨੇ, ਖੁੱਲ੍ਹ ਜਾਂਦੇ ਨੇ। ਉਹਨਾਂ ਵਾਸਤੇ ਇੱਕ ਨੁਸਖਾ ਬੜਾ ਕਾਮਯਾਬ ਹੈ ਤੇ ਮੈਂ ਉਹਨੂੰ ਪ੍ਰੈਕਟੀਕਲ ਵੇਖਿਆ ਤੇ ਉਦੋਂ ਬਾਅਦ ਮੈਂ ਜਦੋਂ ਵੇਖਿਆ ਤੇ ਉਦੋਂ ਬਾਅਦ ਮੈਂ ਬਣਾਇਆ ਤੇ ਹੁਣ ਤੱਕ ਮੈਂ 1000 ਮਰੀਜ਼ ਨੂੰ ਇਸਤੇਮਾਲ ਕਰਾ ਚੁੱਕਿਆ। ਤੇ ਐਡਾ ਆਲਾ ਨੁਸਖਾ ਤੁਹਾਂ ਕਦੀ ਪਹਿਲਾਂ ਨਹੀਂ ਵੇਖਿਆ ਹੋਏਗਾ। ਤੇ ਮੈਂ ਕਿਹਾ ਬਾਬਾ ਇੰਝ ਤਾਂ ਫਿਰ ਨੁਸਖਾ ਦੱਸ ਨਾ, ਲੋਕੀ ਤੇ ਦਰਦਾਂ ਵਾਲੇ ਤੇ ਵਿਚਾਰੇ ਪਰੇਸ਼ਾਨ ਨੇ, ਮਾਰੇ ਫਿਰਦੇ ਨੇ ਤੇ ਪਹਾੜੇ ਦੀਆਂ ਦਵਾਈਆਂ ਲੈਂਦੇ ਨੇ, ਇੰਜੈਕਸ਼ਨ ਲਵਾਉਂਦੇ ਨੇ, ਟੀਕੇ ਲਵਾਉਂਦੇ ਨੇ ਤੇ ਲੋਕੀ ਤੇ ਖੱਜਲ ਖਰਾਬ ਹੁੰਦੇ ਫਿਰਦੇ ਨੇ। ਤੂੰ ਇੰਝ ਕੋਈ ਗੱਲ ਦੱਸ ਫਿਰ ਜਿਹੜਾ ਨਾ ਅਸੀਂ ਆਪਣਾ ਲੋਕਾਂ ਨੂੰ ਦਸੀਏ। ਤੇ ਚਲੋ ਅੱਜ ਸਵਾਬ ਵੀ ਮਿਲ ਗਿਆ ਕਿ ਇਹਨੂੰ ਅਸੀਂ ਨੈੱਟ 'ਤੇ ਚਾੜਨ ਲੱਗੇ ਹਾਂ ਆਪਣੇ ਅਕਾਊਂਟ ਦੇ ਉੱਤੇ, ਤੇ ਲੋਕੀ ਵੇਖਣਗੇ, ਕਿਸੇ ਦਾ ਭਲਾ ਹੋ ਜਾਏਗਾ ਤੇ ਚੰਗੀ ਗੱਲ ਹੈ। ਤੇ ਤੁਹਾਡੇ ਕੋਲ ਅਸੀਂ ਸਿਰਫ ਗੁਜ਼ਾਰਿਸ਼ ਨਹੀਂ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕੀਤਾ ਕਰੋ
ਔਰ ਕਮੈਂਟ ਕਰਕੇ ਨਾ ਮੇਰੀ ਰਹਿਨਮਾਈ ਵੀ ਜ਼ਰੂਰ ਫਰਮਾਇਆ ਕਰੋ। ਜਿੱਥੇ ਕੋਈ ਗਲਤੀ ਕਤਾਈ ਹੁੰਦੀ ਹੈ ਮੈਨੂੰ ਦੱਸਿਆ ਕਰੋ। ਜਿਹੜਾ ਕੋਈ ਗਲਤੀ ਕਤਾਈ ਦੱਸਦਾ ਹੈ ਉਹ ਬੰਦਾ ਬੜਾ ਸਮਝਦਾਰ ਹੁੰਦਾ ਤੇ ਮੈਨੂੰ ਬੜਾ ਪਿਆਰਾ ਲੱਗਦਾ ਹੈ, ਕਿਉਂਕਿ ਹਮੇਸ਼ਾ ਗਲਤੀ ਕਤਾਈ ਉਹੀ ਫੜਦਾ ਹੈ ਜਿਹੜਾ ਮੇਰੇ ਤੋਂ ਜ਼ਿਆਦਾ ਸਮਝਦਾਰ ਹੈ। ਤੇ ਸਮਝਦਾਰ ਬੰਦਾ ਅੱਲਾ ਦਾ ਹੁਕਮ ਹੀ ਹੈ ਕਿ ਜਿਹੜਾ ਨਾ ਬਿਹਤਰੀ ਵਾਲੇ ਪਾਸੇ ਜਾਓ, ਤੇ ਜਿਹੜਾ ਕੋਈ ਚੰਗੀ ਗੱਲ ਦੱਸੇ ਕੋਈ ਰਹਿਨਮਾਈ ਕਰੇ ਤੇ ਉਹ ਬਿਹਤਰੀ ਹੁੰਦੀ ਹੈ ਇਨਸਾਨ ਦੀ। ਤੇ ਉਹ ਨਾ ਸੂਫੀ ਸਾਹਿਬ ਮੈਨੂੰ ਦੱਸਣਗੇ ਕਿ ਗੱਲ ਆਵੇ ਕਿ ਸਾਡੇ ਪਿੰਡ ਨਾ ਇੱਕ ਬੰਦਾ ਸੀ ਤੇ ਉਹ 4-5 ਸਾਲ ਤੋਂ ਮੰਜੀ ਤੇ ਸੀ, ਕਿਉਂਕਿ ਉਧਰ ਮੈਂ ਖੁਦ ਵੇਖ ਕੇ ਆਇਆ ਵਾਂ। ਮੈਂ ਉਹਨਾਂ ਦੇ ਕੋਲ ਉੱਥੇ ਰਹਿ ਕੇ ਵੀ 2-3 ਦਿਨ ਰਹਿ ਕੇ ਵੀ ਆਇਆ। ਉਧਰ ਪਿੰਡ ਬੜੇ ਖੁੱਲੇ ਜਿਹੇ ਨੇ, ਅਜੇ ਵੀ ਮਾਹੌਲ ਜਿਹੜਾ ਨਾ ਸ਼ਹਿਰਾਂ ਵਾਲਾ ਨਹੀਂ, ਪਿੰਡ ਬੜੇ ਖੁੱਲੇ ਜਿਹੇ ਨੇ ਤੇ ਖੁੱਲੇ ਘਰ ਤੇ ਖੁੱਲੇ ਵਿਹੜੇ ਤੇ ਇਹੋ ਜਿਹੇ ਮਾਹੌਲ ਹੈ। ਤੇ ਮਾਹੌਲ ਉਹ ਮੈਨੂੰ ਬੜਾ ਚੰਗਾ ਲੱਗਦਾ ਹੈ। ਖੁੱਲੇ ਵਿਹੜੇ, ਵਿਹੜਿਆਂ 'ਚ ਦਰਖਤ, ਮੱਝਾਂ ਬੱਝੀਆਂ ਨੇ, ਬੱਕਰੀਆਂ ਲੋਕਾਂ ਦੀਆਂ ਬੱਝੀਆਂ ਨੇ, ਮਵੇਸ਼ੀ ਬੱਝੇ ਨੇ, ਤੇ ਪਿੱਛੇ 2-3 ਕਮਰੇ ਬਣਾਏ ਨੇ ਕਿ ਖੁੱਲਾ ਵਿਹੜਾ, ਚਾਰਦੀਵਾਰੀ ਕੀਤੀ ਹੈ ਛੋਟੀ ਛੋਟੀ, ਤੇ ਉਹ ਸਾਰੇ ਜੀ ਇੱਕੋ ਹੀ ਮਕਾਨ ਦੇ ਵਿੱਚ ਇੱਕੋ ਹੀ ਘਰ ਦੇ ਵਿੱਚ ਰਲ ਮਿਲ ਕੇ ਰਹਿੰਦੇ ਨੇ ਤੇ ਬੜਾ ਚੰਗਾ ਲੱਗਦਾ। ਤੇ ਉਹ ਐਸਾ ਦਾ ਮਾਹੌਲ ਹੈ ਤੇ ਕੋਈ ਬੰਦਾ ਸੀ ਤੇ ਉਹਨੂੰ ਜੋੜਾਂ ਦਾ ਦਰਦ ਸੀ ਤੇ ਸਾਰੇ ਜੋੜਾਂ 'ਚ ਦਰਦ ਸੀ, ਗਿੱਟਿਆਂ 'ਚ, ਗੋਡਿਆਂ 'ਚ, ਮੋਢਿਆਂ 'ਚ, ਗੁੱਟਾਂ 'ਚ, ਹਰ ਜਗ੍ਹਾ ਤੇ ਉਹਨੂੰ ਦਰਦ ਸੀ ਤੇ ਉਹਨਾਂ ਸੋਜਣ ਰਹਿੰਦੀ। ਸੂਫੀ ਹੋਰੀ ਪੇ ਗੱਲ ਦੱਸਣ ਆਉਂਦੇ ਨੇ, ਮੈਨੂੰ ਵੀ ਇਸ ਗੱਲ ਦਾ ਨਹੀਂ ਪਤਾ। ਤੇ ਉੱਥੇ ਨਾ ਮੈਂ ਸਾਡੇ ਪਿੰਡ ਦਾ ਉਹ ਬੰਦਾ ਸੀ ਤੇ ਬਥੇਰੀ ਵਾਰੀ ਮੈਂ ਵੀ ਦਵਾਈ ਉਹਨੂੰ ਦਿੱਤੀ ਬਣਾ ਕੇ, ਤੇ ਉਹਨੂੰ ਕੋਈ ਫਾਇਦਾ, ਵਕਤੀ ਤੌਰ ਤੇ 1-2 ਦਿਨ ਫਾਇਦਾ ਹੋਣਾ ਤੇ ਫਿਰ ਉਹੀ ਹਾਲ ਹੈ। ਤੇ ਉਹਨਾਂ ਬੜੇ ਬੜੇ ਹਸਪਤਾਲਾਂ ਦੇ ਵਿੱਚ ਨਾ ਬੰਦਾ ਵਹਾਇਆ, ਮੰਜੀ ਚੁੱਕ ਕੇ ਉਹਦੀ ਉਧਰ, ਕਿਉਂਕਿ ਰੇੜੇ ਮਾਹੌਲ ਜਿਹੜਾ ਉਹ ਘੋੜਿਆਂ ਰੇੜਿਆਂ ਦਾ, ਤੇ ਘੋੜੇ ਰੇੜੇ 'ਤੇ ਪਾ ਕੇ ਉਹਨੂੰ ਹਸਪਤਾਲਾਂ 'ਚ ਵੀ ਖੜਦੇ ਹਨ ਤੇ ਉੱਥੋਂ ਬੋਤਲਾਂ ਸ਼ੋਤਲਾਂ ਲਵਾ ਕੇ ਟੀਕੇ ਸ਼ੀਕੇ ਲਵਾ ਕੇ ਘਰ ਲੈ ਆਉਂਦੇ ਹਨ। ਤੇ ਫਿਰ ਉਹੀ ਹਾਲ ਹੁੰਦਾ ਸੀ। ਤੇ 14-15 ਸਾਲਾਂ ਤੋਂ ਨਾ ਉਹ ਵਿਚਾਰਾ ਬੰਦਾ ਜਿਹੜਾ ਸੀ ਨਾ ਬੜਾ ਪਰੇਸ਼ਾਨ ਸੀ। ਉਹ ਆਂਦੇ ਨੇ ਕਿ ਅੱਲਾ ਦੀ ਕਰਨੀ ਐਸੀ ਹੋਈ ਕਿ ਉੱਥੇ ਨਾ ਇੱਕ ਹਰੇ ਝੁੱਗੇ ਵਾਲਾ ਇੱਕ ਦਰਵੇਸ਼ ਨਾਲ ਮੰਗਣ ਆ ਗਿਆ। ਮੰਗਣ ਵਾਲਾ ਸੀ, ਉਹ ਪਿੰਡ 'ਚ ਨਾ ਸਦਾ ਪਿਆ ਲਾਂਦਾ ਸੀ, ਪਿੰਡ 'ਚ ਸਦਾ ਪਿਆ ਲਾਂਦਾ ਸੀ। ਤੇ ਉਹ ਜਿਹੜਾ ਸੀ ਨਾ ਪਿੰਡ ਪਿਆ ਸਦਾ ਲਾਵੇ, ਮੰਗੇ ਪਿਆ, ਖੈਰਾਤ ਪਿਆ ਮੰਗੇ। ਤੇ ਉਹ ਜਿਹੜੇ ਉਹਦੇ ਘਰ ਦੇ ਹਨ ਨਾ, ਉਹਨਾਂ ਦੇ ਬੂਹੇ ਦੇ ਅੱਗੇ ਨਾ ਇਹ ਸੁਖਚੈਨ ਦਾ ਇੱਕ ਬੂਟਾ ਲੱਗਾ ਹੁੰਦਾ ਸੀ, ਬੜਾ ਵੱਡਾ ਫਲਿਆ ਇੱਕ ਬੂਟਾ ਸੀ। ਤੇ ਗਰਮੀਆਂ ਦੇ ਦਿਹਾੜੇ ਸਨ ਤੇ ਉਹ ਨਾ ਉਹ ਬੂਹੇ ਦੇ ਅੱਗੇ ਨਾ ਉਹਦੀ ਮੰਜੀ ਰੱਖ ਛੱਡਦੇ ਹੁੰਦੇ ਹਨ ਉਹਦੇ ਸੁਖਚੈਨ ਦੇ ਥੱਲੇ, ਕਿ ਚਲੋ ਬਿਮਾਰ ਆਦਮੀ ਹੈ, ਬਾਹਰ ਚੱਲ ਫਿਰ ਤੇ ਨਹੀਂ ਸਕਦਾ ਤੇ ਲੰਘਦਿਆਂ ਲੰਘਦਿਆਂ ਲੋਕਾਂ ਨੂੰ ਮਿਹਨਦਾ ਹੈ। ਤੇ ਅਕਸਰ ਉਹਦੇ ਕੋਲ ਲੋਕੀ ਆ ਕੇ ਬਹਿ ਜਾਂਦੇ ਨੇ, ਹੁੱਕਾ ਵੀ ਚਲੋ ਉਹਨੂੰ ਪਾ ਦਿੰਦੇ ਹਨ, ਅੱਗ ਸ਼ੱਗ ਉਹ ਕੁੜੀਆਂ ਘਰ ਹਨ ਤੇ ਉਹ ਰੱਖ ਦਿੰਦੀਆਂ ਹਨ। ਤੇ ਉਹ ਚਲੋ ਉਹਦਾ ਦਿਲ ਲੱਗਾ ਰਹਿੰਦਾ, ਬਿਮਾਰ ਜੂ ਸੀ। ਤੇ ਉਹ ਬੂਹੇ ਦੇ ਵਿੱਚ ਵੀ ਨਾ ਬੂਹਾ ਵੜਦਿਆਂ ਸਾਰੀ ਬੜਾ ਵੱਡਾ ਸੁਖਚੈਨ ਦਾ ਬੂਟਾ ਸੀ ਤੇ ਉਹਦੇ ਥੱਲੇ ਉਹਦੀ ਮੰਜੀ ਰੱਖਦੇ ਹਨ। ਅਕਸਰ ਲੋਕ ਪਿੰਡ ਦੇ ਜਿਹੜੇ ਕੋਈ ਵਿਹਲਾ ਹੁੰਦਾ ਸੀ ਤੇ ਉਹਦੇ ਕੋਲ ਜਾ ਕੇ ਬਹਿ ਵੀ ਜਾਂਦਾ ਸੀ, ਗੱਲਾਂ ਬਾਤਾਂ ਵੀ ਕਰਨੀਆਂ, ਉਹਨੂੰ ਹਸਾਉਣਾ ਵੀ, ਤੇ ਚਲੋ ਉਹਦੀ ਬਿਮਾਰੀ ਦਾ ਦੁੱਖ ਜ਼ਰਾ 2 ਘੜੀ ਵਾਸਤੇ ਦੂਰ ਹੋ ਜਾਂਦਾ ਸੀ। ਉਹ ਗਲੀਆਂ ਫਿਰਦਾ ਫਿਰਦਾ ਦਰਵੇਸ਼ ਜਿਹੜਾ ਨੇ ਹਲਾ ਰੰਗ ਦਾ ਝੋਲਾ ਪਾਇਆ ਸੀ ਤੇ ਵਾਹਵਾ ਉਹਨੇ ਦਾੜੀ ਰੱਖੀ ਸੀ ਤੇ ਸ਼ਕਲ ਬੜੀ ਉਹਦੀ ਮੁਤਸ਼ਰਾ ਸੀ। ਤੇ ਉਹ ਆਵਾਜ਼ ਲਾਂਦਾ ਲਾਂਦਾ ਉਹਦੇ ਬੂਹੇ ਦੇ ਅੱਗੇ ਆ ਗਿਆ। ਉਹਦੇ ਬੂਹੇ ਅੱਗੇ ਖਲੋ ਕੇ ਸਦਾ ਕਰਨ ਲੱਗ ਪਿਆ ਕਿ ਮੈਨੂੰ ਕੋਈ ਅੱਲਾ ਦੇ ਵਾਸਤੇ ਦਵੋ। ਤੇ ਉਹ ਬੰਦਿਆਂ ਨੂੰ ਵੇਖ ਕੇ ਬਿਮਾਰ ਤੇ ਉਹਦੇ ਕੋਲ ਜਾ ਕੇ ਬਹਿ ਗਿਆ, ਕਿਉਂਕਿ ਮੰਜੀ ਉਹਦੀ ਬੂਹੇ ਸੀ। ਤੇ ਉਹਦੇ ਕੋਲ ਜਾ ਕੇ ਬਹਿ ਗਿਆ ਤੇ ਕਹਿਣ ਲੱਗਾ, ਹਾਂ ਭਾਈ ਜਵਾਨਾ ਕੀ ਗੱਲ ਹੈ ਤੈਨੂੰ, ਤੂੰ ਲੰਮਾ ਪੈ ਰਿਹਾ। ਉਹਨੇ ਹੱਥ ਅੱਗੇ ਕੀਤਾ ਤੇ ਉਹਨੇ ਸਲਾਮ ਕੋ ਨਾ ਲਈ। ਉਹਨੇ ਕਿਹਾ ਮੈਂ ਹੱਥ ਵੀ ਨਹੀਂ ਹਿਲਦੇ ਮੇਰੇ। ਤੇ ਬਈਆ ਬੋਲਦਾ ਹੈ ਸੀ ਤੇ ਉਹਨੇ ਕਿਹਾ ਬਈਆ ਇੱਥੇ ਮੰਜੀ ਦੇ, ਤੇ ਕਿੱਥੋਂ ਆਇਆ, ਤੇ ਉੱਤੇ ਕਿ ਉਹਨੂੰ ਗੱਲਾਂ ਕਰਨ ਲੱਗ ਪਿਆ ਕਿ ਤੂੰ ਕਿੱਥੋਂ ਆਇਆ, ਅੱਜ ਸਾਡੇ ਪਿੰਡ ਮੈਂ ਤੈਨੂੰ ਕਦੀ ਦੇਖਿਆ ਨਹੀਂ ਤੇ ਪਹਿਲੀ ਵਾਰ ਤੂੰ ਮੰਗਣ ਆਇਆ। ਉਹਨੇ ਕਿਹਾ ਜੀ ਅਸੀਂ ਮੁਸਾਫਰ ਹਾਂ ਤੇ ਜਿੱਥੇ ਵੀ ਅਸੀਂ ਜਾਂਦੇ ਹਾਂ ਤੇ ਮੰਗ ਤੰਗ ਕੇ ਗੁਜ਼ਾਰਾ ਕਰਨੇ ਆ, ਤੇ ਮੈਂ ਜ਼ਾਤ ਦਾ ਫਕੀਰ ਹਾਂ ਤੇ ਮੰਗਣਾ ਸਾਡਾ ਜਿਹੜਾ ਖਾਨਦਾਨੀ ਪੇਸ਼ਾ ਹੈ। ਤੇ ਉਹ ਗੱਲਾਂ ਬਾਤਾਂ ਕਰਦਿਆਂ ਉਹਨੇ ਕਿਹਾ ਤੈਨੂੰ ਬਿਮਾਰੀ ਕੀ ਹੈ। ਉਹਨੇ ਕਿਹਾ ਵਹਿੰਦਾ ਨਹੀਂ, ਮੈਨੂੰ ਜੋੜਾਂ ਦਾ ਦਰਦ ਗੈਂਠੀਆ, ਤੇ ਗੈਂਠੀਆ ਬੜਾ ਪੁਰਾਣਾ ਬੜਾ ਸਖਤ ਹੋ ਗਿਆ ਤੇ ਮੈਂ ਚੱਲ ਫਿਰ ਵੀ ਨਹੀਂ ਸਕਦਾ। ਉਹਨੇ ਕਿਹਾ ਭਲਿਆ, ਉਹ ਗੱਲਾਂ ਵੀ ਕਰਨ ਲੱਗ ਪਏ ਤੇ ਉਹ ਘਰ ਕੁੜੀਆਂ ਸਨ ਤੇ ਉਹ ਬੱਚੀਆਂ ਵੀ ਆ ਗਈਆਂ, ਉਹ ਗੱਲਾਂ ਸੁਣਨ ਲੱਗ ਪਈਆਂ ਉਹਨਾਂ ਦੀਆਂ। ਤੇ ਅਕਸਰ ਪਿੰਡਾਂ ਦੇ ਵਿੱਚ, ਹੁਣ ਤੇ ਸ਼ਹਿਰਾਂ ਵਿੱਚ ਨਹੀਂ ਨਾ ਮਾਹੌਲ ਦਾ, ਪਿੰਡਾਂ 'ਚ ਅਕਸਰ ਮਾਹੌਲ ਹੈ ਕਿ ਚਲੋ ਬੱਚੀਆਂ ਵੀ ਬਹਿ ਖਲੋ ਜਾਂਦੀਆਂ ਨੇ, ਕੋਲ ਗੱਲਬਾਤ ਸੁਣ ਲੈਂਦੀਆਂ ਨੇ, ਕਰ ਲੈਂਦੀਆਂ ਨੇ। ਤੇ ਉਹ ਪਿੰਡਾਂ ਦੇ ਮਾਹੌਲ ਇੰਝ ਦੇ ਹੁੰਦੇ ਨੇ, ਕਿਉਂਕਿ ਸਾਰੀ ਬਰਾਦਰੀ ਪਿੰਡ ਅਕਸਰ ਬਰਾਦਰੀਆਂ ਦੇ ਹੁੰਦੇ ਨੇ ਤੇ ਉਹ ਆਪਣੀ ਬਰਾਦਰੀਆਂ ਕੋਲੋਂ ਇੰਨਾ ਕੋਈ ਪੜਦਾ ਛੱਡਦਾ
ਨਹੀਂ ਲੋਕੀ ਕਰਦੇ। ਤੇ ਉਹ ਦਰਵੇਸ਼ ਜਿਹੜਾ ਮੰਗਣਾ ਵਡੇਰਾ ਸੀ, ਉਹ ਵੀ ਸਾਨੂੰ ਰਸੀਦਾ ਸੀ ਤੇ ਬੱਚੀਆਂ ਵੀ ਕੋਲ ਆ ਕੇ ਬਹਿ ਗਈਆਂ। ਤੇ ਉਹ ਸੂਫੀ ਆਂਦਾ ਕਿ ਮੇਰਾ ਘਰ ਉੱਥੋਂ ਐਵੇਂ 3 ਘਰ ਪਰਾਂ ਘਰ ਸੀ ਮੇਰਾ, ਯਾਨੀ ਸਾਡੇ ਘਰ ਦੇ ਕੋਲ ਸੀ। ਉਹ ਬੱਚੀਆਂ ਦਾ ਸਾਡੇ ਘਰ ਆਉਣ ਜਾਣ ਸੀ ਬੜਾ, ਮੇਰੀਆਂ ਬੱਚੀਆਂ ਦੇ ਨਾਲ ਉਹਨਾਂ ਦਾ ਬੜਾ ਪਿਆਰ ਸੀ। ਉਹ ਬੱਚੀਆਂ ਦਾ ਆਪਸ 'ਚ ਉਹ ਸਹੇਲੀਆਂ ਬੜੀਆਂ ਹਨ। ਤੇ ਉਹਨਾਂ ਸਾਰੀ ਗੱਲ ਮੈਨੂੰ ਸੁਣਾਈ। ਉਹ ਦਰਵੇਸ਼ ਐਸਾ ਆਇਆ ਤੇ ਉਹਨੇ ਵਾਹ 2 ਘੰਟੇ ਬੈਠਾ ਰਿਹਾ ਤੇ ਸਾਨੂੰ ਰੋਟੀ ਵੀ ਦਿੱਤੀ। ਤੇ ਉਹ ਕਹਿਣ ਲੱਗਾ ਕਿ ਮੈਨੂੰ ਹੁੱਕੇ ਦੀ ਵਾਰੀ ਲਾਉਣ ਵਾਸਤੇ, ਕਿਉਂਕਿ ਹੁੱਕਾ ਬਿਮਾਰ ਦੇ ਕੋਲ ਪਿਆ ਹੁੰਦਾ ਸੀ ਤੇ ਹੁੱਕੇ ਦਾ ਸ਼ੌਕੀਨ ਸੀ। ਹੁੱਕੇ ਦੀ ਵਾਰੀ ਲਾਉਣ ਵਾਸਤੇ ਤੇ ਬਹਿ ਗਿਆ ਤੇ ਉਹ ਗੱਲਾਂ ਬਾਤਾਂ ਕਰਨ ਲੱਗ ਪਏ। ਗੱਲਾਂ ਬਾਤਾਂ ਕਰਦਿਆਂ ਉਹਨੇ ਕਿਹਾ ਕਿ ਤੈਨੂੰ ਗੈਂਠੀ ਆ ਤੇ ਇੰਨਾ ਪੁਰਾਣਾ ਹੈ ਤੇ ਤੂੰ ਕੋਈ ਇਲਾਜ ਮੁਆਲਜਾ ਨਹੀਂ ਕੀਤਾ, ਤੇਰੇ ਘਰ ਦੇ ਕੋਈ ਦਵਾਈ ਸ਼ਵਾਈ ਨਹੀਂ ਲੈ ਕੇ ਦਿੰਦੇ? ਉਹਨੇ ਕਿਹਾ ਹਾਂ, ਤੇ ਕੋਈ ਹਸਪਤਾਲ ਛੱਡਿਆ ਹੀ ਨਹੀਂ, ਕੋਈ ਇੱਥੇ ਜਿਹੜਾ ਮਸ਼ਹੂਰ ਡਾਕਟਰ ਉਹ ਵੀ ਕੋਈ ਨਹੀਂ ਛੱਡਿਆ। ਅਸੀਂ ਤੇ 2 ਮੱਝਾਂ ਜਿਹੜੀਆਂ ਵੇਚ ਕੇ ਨਾ ਇਹਦੇ ਉੱਤੇ ਲਾ ਖੜੀਆਂ ਨੇ, ਤੇ ਗਰੀਬ ਲੋਕ ਆ, ਮਾੜੇ ਲੋਕ ਆ, ਤਾਂ ਤੇ 2 ਡੰਗਰ ਵੇਚ ਕੇ ਤੇ ਦੁੱਧ ਵਾਲੇ ਡੰਗਰ ਸਨ ਤੇ ਘਰੋਂ ਦੁੱਧ ਵੀ ਮੁਕਾ ਲਿਆ ਤੇ ਇਹਦੇ ਉੱਤੇ ਲਾ ਖੜੇ ਨੇ। ਤੇ ਹੁਣ ਅਸੀਂ ਹੋਰ ਕੀ ਕਰੀਏ? ਹੁਣ ਕੋਈ ਪੈਲੀ ਦਾ ਕਿੱਲਾ ਹੈ ਤਾਂ ਵੀ ਵੇਚ ਕੇ ਤੇ ਇਹਦੇ ਉੱਤੇ ਫਿਰ ਲਾ ਖੜਦੇ ਆ, ਫਿਰ ਕੀ ਕਰੀਏ? ਉਹਨੇ ਕਿਹਾ ਪੈਸੇ ਲਾਣਾ ਕੋਈ ਮਕਸਦ ਨਹੀਂ, ਮਕਸਦ ਤੇ ਆ ਵੀ ਆਰਾਮ ਦਾ ਹੈ ਕਿ ਇਹਨੂੰ ਆਰਾਮ ਨਹੀਂ ਹੁੰਦਾ ਪਿਆ। ਉਹਨਾਂ ਕਿਹਾ ਫਿਰ ਆਰਾਮ ਅਸੀਂ ਕਿੱਥੋਂ ਲਿਆਈਏ? ਸਾਰੀਆਂ ਜਗ੍ਹਾ ਤੇ ਫਿਰ ਟੁਰ ਕੇ ਤੇ ਅਸੀਂ ਖੱਜਾ ਖਰਾਬ ਹੋ ਕੇ ਤੇ ਬਹਿ ਗਏ ਆ, ਹੁਣ ਫਿਰ ਕੀ ਕਰੀਏ? ਉਹ ਫਿਰ ਦਰਵੇਸ਼ ਸੋਚੀ ਪੈ ਗਿਆ ਤੇ ਉਹਨੇ ਕਿਹਾ ਭਾਈ ਗੱਲ ਆਵੇ ਕਿ ਇੱਕ ਨੁਸਖਾ ਮੇਰੇ ਕੋਲ ਹੈ ਵੇ, ਇੱਕ ਇਲਾਜ ਮੇਰੇ ਕੋਲ ਹੈ ਗੈਂਠੀਏ ਦਾ ਪੱਕਾ। ਇਹਨੂੰ ਆਂਦੇ ਨੇ ਅੱਕਾ ਕਾਰਾ ਪੰਜਾਬੀ ਦੇ ਵਿੱਚ, ਕਿ ਪੱਕਾ ਅੱਕਾ ਕਾਰਾ ਤੇ ਮੈਨੇ ਪੱਕਾ ਇਲਾਜ। ਤੇ ਜੇ ਤੁਸੀਂ ਕਰ ਲੋਗੇ ਤੇ ਬੁਲਾਓ ਕੁੜੀਆਂ ਨੂੰ, ਆਖਣਗਾ ਕਿ ਸਿਆਣੇ ਬੰਦੇ ਨੂੰ ਬੁਲਾਓ ਤੇ ਉਹਨੂੰ ਮੈਂ ਦੱਸਣਾ। ਉਹ ਗਈਆਂ ਬਾਹਰ ਤੇ ਉਹਨਾਂ ਦਾ ਚਾਚਾ ਸੀ ਉੱਥੇ, ਮਾਂ ਸੀ ਤੇ ਚਾਚੇ ਹਨ ਉੱਥੇ ਪੱਠੇ ਵੱਢਣ ਗਏ। ਉਹਨਾਂ ਬੁਲਾ ਲਿਆਉਂਦਾ ਕਿ ਘਰ ਇੱਕ ਦਰਵੇਸ਼ ਆਇਆ ਤੇ ਉਹ ਮੰਗਦਾ ਸੀ, ਤੂੰ ਬਹਿ ਗਿਆ ਉੱਥੇ। ਤੇ ਉਹਨੂੰ ਜ਼ਰਾ ਇੱਕ ਆਂਦਾ ਮੇਰੇ ਕੋਲ ਦਵਾਈ ਹੈ, ਮੈਂ ਦੱਸਣਾ ਵਾ ਇੱਕ ਇਲਾਜ, ਤੇ ਜੇ ਤੁਸੀਂ ਕਰ ਸਕਦੇ ਹੋ ਤਾਂ ਕਿਸੇ ਸਿਆਣੇ ਬੰਦੇ ਨੂੰ ਬੁਲਾਓ, ਮੈਨੂੰ ਦੱਸ ਦੇਣਾ। ਉਹ ਬੀਬੀ ਆ ਕੇ ਕਹਿਣ ਕਿ ਇਹ ਮੰਗਣ ਵਾਲਿਆਂ ਵੀ ਕਦੀ ਇਲਾਜ ਕੀਤੇ ਨੇ, ਇਹਨਾਂ ਨੂੰ ਕੀ ਪਤਾ ਹੋਵੇ। ਤਾਂ ਬੀਬੀਆਂ ਦੀ ਆਦਤ ਹੁੰਦੀ ਹੈ ਜਿਵੇਂ ਕੀੜੇ ਕੱਢ ਛੱਡਦੀਆਂ ਨੇ, ਕਿਉਂਕਿ ਇਹਨਾਂ ਦੀ ਅਕਲ ਜਿਹੜੀ ਹੁੰਦੀ ਹੈ ਉਹ ਪੂਰੀ ਜਿਹੀ ਹੁੰਦੀ ਹੈ। ਅੱਲਾ ਨੇ ਵੀ ਦੱਸਿਆ ਕਿ ਨਾਕੁਸ ਅਕਲ ਹੁੰਦੀਆਂ ਨੇ। ਉਹ ਗੱਲਾਂ ਕਰਨ ਲੱਗ ਪਈਆਂ। ਉਹ ਜਿਹੜਾ ਚਾਚਾ ਸੀ ਉਹਦਾ ਕਹਿਣਾ ਗਾ ਖਲੋ, ਤੂੰ ਤਾਂ ਸਾਹ ਲੈ ਨਾ ਜ਼ਰਾ, ਤੇ ਜਿਹਨੂੰ ਅਸੀਂ ਪੰਜਾਬੀ ਚਾਹੁੰਦੇ ਛੁਰੀ ਥੱਲੇ ਸਾਹ ਲੈ, ਤੇ ਤੂੰ ਜ਼ਰਾ ਸਾਹ ਲੈ। ਬੰਦਾ ਆਇਆ ਚੱਲ ਕੇ ਉਹਨੂੰ ਪੁੱਛ ਤੇ ਲੈਂਦੇ ਕਿ ਕੀ ਉਹਦੇ ਕੋਲ ਕਿਹੜਾ ਨੁਸਖਾ ਹੈ, ਤੇ ਤੂੰ ਫਟਾਫਟ ਇਹਦੇ ਗੱਲ ਪੈਣ ਨਹੀਂ। ਉਹ ਬੰਦਾ ਕਹਿਣਾ ਗਾ ਦੱਸ ਭਾਈ ਕੀ ਗੱਲ ਹੀ, ਕੋਈ ਕਿਹੜੀ ਕੋਈ ਇਲਾਜ? ਉਹਨੇ ਕਿਹਾ ਗੱਲ ਆਵੇ ਕਿ ਜਿਹੜਾ ਨਾ ਬਹਾਵਲਪੁਰ, ਉੱਥੇ ਇਲਾਜ ਮੈਂ ਨਾ ਆਪਣੇ ਹੱਥੀਂ ਵੇਖਿਆ ਤੇ ਸਾਡਾ ਇੱਕ ਬਜ਼ੁਰਗ ਕਰਦਾ ਸੀ, ਉਹ ਬੰਦਾ ਦੱਸਣਾ ਵਾ ਉੱਥੇ। ਕਿਉਂਕਿ ਤੁੰਮਾ ਜਿਹੜਾ ਨਾ, ਨਾਲੇ ਤੁੰਮੇ ਦੇ ਖਵਾਸ ਵੀ ਤੁਹਾਨੂੰ ਮੈਂ ਦੱਸਣਾ ਵਾ, ਤੇ ਨਾਲੇ ਤੁੰਮੇ ਤੋਂ ਇਲਾਜ ਵੀ ਦੱਸਣਾ ਕਿ ਤੁੰਮੇ ਦਾ ਗੈਂਠੀਏ ਦਾ ਇਲਾਜ ਕਿਸ ਤਰ੍ਹਾਂ ਹੋਇਆ, ਉਹਨੇ ਕਿਸ ਤਰ੍ਹਾਂ ਕੀਤਾ। ਤੇ ਜਿਹਦਾ ਇਲਾਜ ਕੀਤਾ, ਜਿਹੜਾ ਬੰਦਾ ਮੰਜੀ ਤੇ ਪਿਆ ਸੀ, ਉਹ ਅੱਜ ਵੀ ਜਿਉਂਦਾ ਤੇ ਚੰਗਾ ਭਲਾ ਦੌੜਦਾ ਫਿਰਦਾ, ਬੁੱਢਾ ਹੋਇਆ ਵੀ, ਤੇ 2-4 ਡੰਗਰ ਸਾਂਭਦਾ, ਯਾਨੀ 2-4 ਮੱਝਾਂ ਨੂੰ ਪੱਠੇ ਪਾਉਂਦਾ, ਧਾਰਾਂ ਝੋਂਦਾ। ਜਿਹਦਾ ਉਹਨੇ ਇਲਾਜ ਅੱਜ ਤੋਂ ਬਾਬਾ ਜੀ ਕਹਿੰਦਾ 25 ਸਾਲ ਪੁਰਾਣਾ ਦੱਸਦਾ ਸੀ ਪਿਆ, 25 ਸਾਲ ਪਹਿਲਾਂ ਦਾ ਜਿਹੜਾ ਇਲਾਜ ਕੀਤਾ। ਤੇ ਉਸ ਤੋਂ ਬਾਅਦ ਉਹਨੂੰ ਗੈਂਠੀਆ ਹੋਇਆ ਨਹੀਂ। ਹਿਸਾਬ ਲਾ ਲਓ ਕੋਈ ਕਿੱਡਾ ਪੱਕਾ ਇਲਾਜ ਹੈ। ਉਹ ਕਹਿਣ ਲੱਗਾ ਗੱਲ ਹੈ ਵੇ ਕਿ ਉੱਥੇ ਇੱਕ ਸਾਡਾ ਬਜ਼ੁਰਗ ਹੈ ਬਹਾਵਲਪੁਰ ਦੇ ਇਲਾਕੇ 'ਚ, ਤੇ ਉਹ ਇਹ ਇਲਾਜ ਕਰਦਾ, ਤੇ ਇਲਾਜ ਹਰ ਕਿਸੇ ਨੂੰ ਗੈਂਠੀ ਦਾ ਆਰਾਮ ਆ ਜਾਂਦਾ। ਖਾਸ ਤੌਰ 'ਤੇ ਜੇ ਸ਼ਰਤ ਹੋਵੇ ਕਿ ਜੋੜ ਸੁੱਜੇ ਹੋਣ, ਜੋੜ ਸੁੱਜੇ ਉਹਨਾਂ ਸੋਜਨ ਹੋਵੇ, ਤੇ ਇਹ ਦਵਾਈ ਬਣਾ ਕੇ ਦਿੰਦਾ ਤੇ ਆਰਾਮ ਆ ਜਾਂਦਾ। ਉਹਨੇ ਕਿਹਾ ਦੱਸ ਵੇ ਕਿਹੜੀ ਦਵਾਈ ਹੈ? ਉਹਨੇ ਕਿਹਾ ਪੈਸੇ ਵੀ ਕੋਈ ਨਹੀਂ ਲੱਗਦੇ, ਮੁਫ਼ਤ ਦਾ ਇਲਾਜ ਹੈ, ਤੇ ਮੈਂ ਤੁਹਾਡੇ ਕੋਲ ਵੀ ਪੈਸਾ ਕੋਈ ਨਹੀਂ ਲੈਣਾਗਾ, ਤੇ ਤੁਸੀਂ ਰੋਟੀ ਮੈਨੂੰ ਖਵਾਈਏ ਤੇ ਇੰਝ ਕਰੋ ਕਿ ਮੈਨੂੰ ਇੱਕ ਚਾਹ ਵੀ ਪਿਆ ਦਿਓ, ਤੇ ਮੈਂ ਨਾਲੇ ਕਈ ਵਾਰੀ ਪੈ ਲਾਨਾ, ਤੇ ਮੈਂ ਇਲਾਜ ਅੱਜ ਦੱਸ ਕੇ ਤੁਹਾਨੂੰ ਜਾਵਾਂਗਾ। ਤੇ ਅੱਲਾ ਕੀਤਾ ਤੇ ਬੰਦਾ ਵੀ ਤੁਹਾਡਾ ਠੀਕ ਹੋ ਜਾਏਗਾ, ਕਦੀ ਯਾਦ ਕਰੋਗੇ। ਉਹ ਸੂਫੀ ਪਿਆ ਗੱਲ ਸੁਣਾਏ ਕਿ ਆਂਦਾ, ਉਹਨੇ ਕਿਹਾ ਕਿ ਤੁੰਮੇ ਲੈਣੇ ਨੇ, ਤੇ ਤੁੰਮਿਆਂ ਤਾਂ 6 ਤੁੰਮੇ ਲੈਣੇ ਨੇ, ਹਰੇ ਕਚੂਰ, ਤੇ ਚੰਗੇ ਮੋਟੇ ਹੋਣ, ਯਾਨੀ ਪੱਕਣ ਦੇ ਕੋਲ ਹੋਣ, ਤੇ ਤੁਹਾਂ ਵੱਡੇ ਵੱਡੇ 6 ਤੁੰਮੇ ਲੈਣੇ ਨੇ, ਛੋਟੇ ਨਹੀਂ ਲੈਣੇ। ਤੇ ਕਿਉਂਕਿ ਉਸ ਇਲਾਕੇ 'ਚ ਸੂਫੀ ਪਿਆ ਦੱਸਦਾ ਕਿ ਸਾਡੇ ਕੋਲ ਤੁੰਮਾ ਆਮ ਹੁੰਦਾ, ਇੱਕ ਜੰਗਲੀ ਤੌਰ 'ਤੇ ਆਮ ਉੱਗਦਾ, ਭਾਵੇਂ ਕੋਈ ਪੰਨਾਂ ਦੀਆਂ ਪੰਨਾਂ ਵੱਢ ਲਵੇ। ਤੇ ਕਿਸੇ ਦਿਨ ਤੁਹਾਨੂੰ ਤੁੰਮੇ ਦੀਆਂ ਵੱਲਾਂ ਵਹਾਵਾਂਗੇ ਵੀ, ਤੇ ਤੁੰਮੇ ਦੱਸਾਂਗੇ ਵੀ ਇੰਝ ਲੱਗਦੇ ਨੇ, ਤੇ ਉਹਨਾਂ ਦੀ ਜੜ੍ਹ ਦੇ ਵੀ ਖਵਾਸ, ਫਿਰ ਤੁੰਮੇ ਦੇ ਬੀਆਂ ਦੇ ਖਵਾਸ, ਫਿਰ ਤੁੰਮੇ ਦੇ ਖਵਾਸ, ਫਿਰ ਤੁੰਮੇ ਦੀ ਵੱਲ ਦੇ ਪੱਤਰਾਂ ਦੇ ਖਵਾਸ ਫਾਇਦੇ,
ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ। ਤੇ ਜਿਵੇਂ ਕਚਰੀ ਦੀ ਵੇਲ ਹੁੰਦੀ ਹੈ ਨਾ, ਜਿਵੇਂ ਮੈਂ ਤੁਹਾਨੂੰ ਵਹਾਈ ਵੀ ਹੈ, ਐਸੇ ਤਰ੍ਹਾਂ ਤੁਮੇ ਦੀ ਵੇਲ ਹੁੰਦੀ ਹੈ, ਲੇਕਿਨ ਕਚਰੀ ਅਗਰ ਨਹੀਂ ਹੁੰਦਾ, ਲੇਕਿਨ ਜ਼ਰਾ ਵੱਡਾ ਫਲ ਹੁੰਦਾ ਹੈ। ਤੇ ਤੁਮਾ ਜ਼ਰਾ ਕੌੜਾ ਹੁੰਦਾ ਬੜਾ, ਆਂਦੇ ਨੇ ਤੁਮੇ ਦੀ ਕੌੜ ਜਿਹੜੀ ਹੈ ਨਾ ਉਹ ਨਹੀਂ ਜਾਂਦੀ। ਤੇ ਲੇਕਿਨ ਇਹਦੇ ਵੀ ਹਕੀਮਾਂ ਨੇ ਤਰੀਕੇ ਲੱਭਣੇ ਦਾ ਮੁਰੱਬਾ ਵੀ ਬਣਦਾ ਹੈ, ਤੇ ਇਹਨੂੰ ਮਿੱਠਾ ਸ਼ਹਿਦ ਕਰ ਲੈਂਦੇ ਨੇ। ਤੇ ਚਲੋ ਬਹਰਹਾਲ ਉਹਨੇ ਇਲਾਜ ਦੱਸਿਆ, ਉਹਨੇ ਕਿਹਾ ਕਿ 6 ਵੱਡੇ ਤੁਮੇ ਤੁਹਾਂ ਲੈਣੇ ਨੇ। ਤੁਮਿਆਂ ਨੂੰ ਲੈ ਕੇ ਨਾ ਤੇ ਉੱਤੋਂ ਜਿਵੇਂ ਥੋੜਾ ਜਿਹਾ ਕੱਟਣਾ, ਐਸਾ ਕੱਟ ਲੈਣਾ, ਯਾਨੀ ਤੂੰ ਟੱਕੀ ਲਾ ਲੈਣੀ ਹੈ ਉਹਦੇ ਮੂੰਹ ਵਾਲੇ ਪਾਸੇ, ਜਿੱਧਰ ਤੁਮੇ ਦੀ ਵੱਲ ਹੁੰਦੀ ਹੈ, ਜਿੱਧਰ ਵੱਲ ਨੂੰ ਲੱਗਾ ਹੁੰਦਾ ਨਾ ਉਸ ਪਾਸੇ ਤੂੰ ਕਰੂੰਗਲੀ ਤੋਂ ਥੋੜਾ ਜਿਹਾ ਕੱਟ ਲੈਣਾ। ਕੱਟ ਕੇ ਤੇ ਉਹਨੂੰ ਨਾ ਕਿਸੇ ਚਾਕੂ ਨਾਲ ਜਾਂ ਕਿਸੇ ਸ਼ੈ ਨਾਲ ਨਾ ਉਹਨੂੰ ਵਿੱਚ ਖੋਬ ਕੇ ਨਾ ਤੇ ਪੋਲਾ ਕਰ ਲੈਣਾ, ਯਾਨੀ ਦਾ ਗੁੱਦਾ ਨਹੀਂ ਵਿੱਚ, ਜਿਹੜਾ ਤੁਮੇ ਦੇ ਵਿੱਚ ਗੁੱਦਾ ਹੁੰਦਾ ਉਹਨੂੰ ਜ਼ਰਾ ਖੋਬ ਕੇ ਨਾ ਤੁਹਾਂ ਨਰਮ ਕਰ ਲੈਣਾ। ਉਹਦੇ ਵਿੱਚ ਨਾ ਤੁਹਾਂ ਇੱਕ ਤੁਮੇ ਦੇ ਵਿੱਚ ਪੂਰੀ ਸਟਾਕੀ ਚੀਨੀ ਭਰ ਦੇਣੀ। ਇਹ ਆਮ ਖੰਡ ਜਿਹੜੀ ਘਰ ਖਾਈਦਾ ਹੈ, ਇਹ ਤੁਹਾਂ ਨਾ ਪੂਰੀ ਸਟਾਕੀ ਜਿਹੜੀ ਹੈ ਨਾ ਚੀਨੀ ਭਰ ਦੇਣੀ ਹੈ ਵਿੱਚ। ਚੀਨੀ ਭਰਨ ਤੋਂ ਬਾਅਦ ਜਿਹੜਾ ਨਾ ਤੁਹਾਂ ਉਹ ਢੱਕਣ ਉੱਤੇ ਦੇ ਕੇ ਨਾ ਤੇ ਅੱਛਾ ਬਸ ਮੁੱਕ ਚਲੀ ਗਾ, ਤੇ ਉਹਦੇ ਥੱਲੇ ਨਾ ਤੁਹਾਂ 2-3 ਸਰਾਖ ਕਰ ਦੇਣੇ ਤੁਮੇ ਦੇ, ਯਾਨੀ ਉਹਦੇ ਵਿੱਚ ਚੀਨੀ ਭਰ ਕੇ ਤੇ ਤੁਮੇ ਦੇ ਥੱਲੇ ਨਾ ਕਿਸੇ ਸੂਈ ਨਾਲ ਜਾਂ ਕਿਸੇ ਸੂਏ ਨਾਲ ਤੁਹਾਂ ਸਰਾਖ ਕੱਢ ਦੇਣੇ। ਸਰਾਖ ਕੱਢ ਕੇ ਤੇ ਉਹ ਉਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਸਿੱਧਾ ਜਿਹੜਾ ਨਾ ਟੱਕ ਵਾਲਾ ਪੱਥਾ ਉੱਤੇ ਰੱਖ ਕੇ ਤੇ ਸਰਾਖਾਂ ਨਾਲ ਥੱਲੇ ਰੱਖ ਕੇ ਕਿਸੇ ਸ਼ੀਸ਼ੇ ਦੇ ਗਲਾਸ ਦੇ ਉੱਤੇ ਰੱਖ ਦੇਣਾ ਤੁਮਾ। ਐਸੇ ਤਰ੍ਹਾਂ 6 ਤੁਮੇ ਜਿਹੜੇ ਨਾ 6 ਨੂੰ ਤੁਹਾਂ 6 ਦੇ 6 ਹੀ ਇੰਜ ਗਲਾਸਾਂ ਦੇ ਉੱਤੇ ਰੱਖ ਦੇਣੇ, ਤੇ 2 ਦਿਹਾੜੇ ਤੁਹਾਂ ਤੁਮੇ ਪਏ ਰਹਿਣ ਦੇਣੇ। ਤੁਹਾਂ ਉਹਨਾਂ ਨੂੰ ਛੇੜਨਾ ਨਹੀਂ, ਪੱਟ ਕੇ ਨਹੀਂ ਉਹਨਾਂ ਨੂੰ ਵੇਖਣਾ। 2 ਦਿਨਾਂ ਬਾਅਦ ਤੁਸੀਂ ਵੇਖੋਗੇ ਤਾਂ ਉਹ ਗਲਾਸ ਅੱਧੇ ਅੱਧੇ ਭਰੇ ਹੋਣਗੇ ਤੁਮੇ ਦੇ ਸ਼ਰਬਤ ਦੇ ਨਾਲ, ਠੀਕ ਹੈ। ਹੋਰ ਵਿੱਚ ਕੋਈ ਸ਼ੈ ਨਹੀਂ ਪਾਣੀ, ਤੇ ਇਹ ਗਲਾਸ ਭਰੇ ਹੋਣਗੇ ਤੇ ਤੁਹਾਂ ਨਾ ਉਹ ਤੁਮਿਆਂ ਨੂੰ ਫੜ ਕੇ ਸੁੱਟ ਦੇਣਾ। ਉਹ ਸ਼ਰਬਤ ਜਿਹੜਾ ਨਾ ਉਹ ਇੱਕ ਜਗ੍ਹਾ 'ਤੇ ਜਮ੍ਹਾਂ ਕਰ ਲੈਣਾ। ਇੱਕ ਜਗ੍ਹਾ 'ਚ ਜਮ੍ਹਾਂ ਕਰਕੇ ਤੇ 2 ਚਮਚੀਆਂ ਸਵੇਰੇ, 2 ਚਮਚੀਆਂ ਸ਼ਾਮ ਨੂੰ ਤੇ 2 ਚਮਚੀਆਂ ਰਾਤ ਨੂੰ ਇਸ ਬੰਦੇ ਨੂੰ ਪਿਆ ਦੇਣੀਆਂ ਨੇ। ਤੇ ਨਾਲ ਦੇਸੀ ਘਿਓ ਦੀ ਚੂਰੀ ਸਿਰਫ ਪਾਉਣੀ। ਇਹ ਦਰਵੇਸ਼ ਨੇ ਇਲਾਜ ਦੱਸਿਆ, ਉਹਨੇ ਕਿਹਾ ਸਿਰਫ ਨਾਲ ਦੇਸੀ ਘਿਓ ਦੀ ਤੁਹਾਂ ਚੂਰੀ ਖਵਾਉਣੀ ਹੈ, ਹੋਰ ਕੋਈ ਸ਼ੈ ਨਹੀਂ ਖਵਾਉਣੀ। ਤੇ ਸਿਰਫ ਗਿਣ ਕੇ 15 ਦਿਨ ਇਲਾਜ ਕਰ ਛੱਡੋ, ਤੇ ਬੰਦਾ ਵੇਖੋ ਜੀ ਉੱਠ ਕੇ ਦੌੜੇਗਾ ਨਾ ਤੇ ਜੋ ਮਰਜ਼ੀ ਆਖਿਆ। ਉਹ ਬੰਦਾ ਸੂਫੀ ਮੈਨੂੰ ਗੱਲ ਸੁਣਾਈ, ਉਹਨੇ ਪਿਛਲੇ ਸਾਲ ਦੀ ਗੱਲ ਹੈ ਕਿ ਉਹ ਬੰਦਾ ਉੱਠ ਕੇ ਟੁਰ ਗਿਆ, ਤੇ ਉਹ ਦਰਵੇਸ਼ ਨੇ ਚਾਹ ਪਾਣੀ ਪੀਤੀ, ਰੋਟੀ ਪਾਣੀ ਖਾਈ, ਕਈ ਵਾਰੀ ਲੱਗ ਤੇ ਚਲਾ ਗਿਆ। ਉਹ ਜਿਹੜਾ ਉਹਦਾ ਭਰਾ ਸੀ, ਜਿਹੜਾ ਮਰੀਜ਼ ਦਾ ਜਿਹੜਾ ਭਰਾ ਸੀ, ਉਹਨੇ ਕਿਹਾ ਯਾਰ ਗੱਲ ਹੈ ਕਿ ਇੰਨੇ ਨੇ ਪੈਸੇ ਲਾ ਕੇ ਵੇਖ ਲੈਣੇ, ਮੱਝਾਂ ਵੀ 2 ਵੇਚਣੀਆਂ ਨੇ, ਸਾਰੇ ਹਸਪਤਾਲ ਡਾਕਟਰ ਸਾਰੇ ਹਕੀਮ ਤਬੀਬ ਵੀ ਸਾਰੇ ਵੇਖੇ ਨੇ, ਤੇ ਇਲਾਜ ਨਹੀਂ ਪਿਆ ਹੁੰਦਾ, ਤੇ ਚਲੋ ਕਰਕੇ ਵੇਖ ਲੈਂਦੇ ਆ। ਉਹਨੇ ਅੱਲਾ ਦਾ ਨਾਂ ਲੈ ਕੇ ਉਹ ਤੁਮੇ ਲੈ ਕੇ, ਕੋਈ ਤੁਮਾ ਉੱਥੇ ਆਮ ਹੈ, ਪੈਲੀ 'ਚ ਜਾਓ ਤੇ ਤੁਮੇ ਫੜ ਲਿਓ, ਉੱਥੇ ਕੋਈ ਵੱਡਾ ਕੰਮ ਹੀ ਨਹੀਂ ਸੀ। ਉਹ ਗਿਆ ਆਪਣਾ ਡੇਰੇ ਵਾਲੇ ਤੇ ਪੈਲੀਆਂ ਵਾਲੇ ਤੋਂ 6 ਤੁਮੇ ਵੱਡੇ ਵੱਡੇ ਫੜ ਲਿਆ। ਤੇ ਤੁਮੇ ਦੀ ਬਾਤ ਸੀ, ਕਿਉਂਕਿ ਇਹ ਸੌਂ ਭਾਦੋਂ 'ਚ ਬੜਾ ਪੈਦਾ, ਗਰਮੀ 'ਚ ਬੜਾ ਪੈਦਾ ਹੁੰਦਾ। ਉਹ 6 ਤੁਮੇ ਲਿਆ ਕੇ ਉਹਨੇ ਤੂੰ ਟੱਕ ਲਾ ਕੇ ਤੇ ਉਹਨਾਂ ਦੇ ਵਿੱਚ ਪੋਲੇ ਕਰਕੇ ਤੇ ਚੀਨੀ ਭਰ ਕੇ ਤੇ ਗਲਾਸਾਂ ਦੇ ਉੱਤੇ ਰੱਖ ਦਿੱਤੇ। ਉਹ ਅਗਲੇ ਭਲਕੇ ਉਹਨੇ ਵੇਖਿਆ ਤਾਂ ਵਾਕਈ ਉਹ ਅੱਧੇ ਦੇ ਗਲਾਸ ਜਿਹੜੇ ਸ਼ਰਬਤ ਨਾਲ ਭਰੇ ਤੇ ਉਹਨੇ ਉਹ ਤੁਮੇ ਸੁੱਟੇ ਤੇ ਗਲਾਸ ਜਿਹੜੇ ਨੇ ਉਹ ਇੱਕ ਜਗ੍ਹਾ ਜਮ੍ਹਾਂ ਕਰ ਲਿੱਤੇ ਇੱਕ ਬੋਤਲ 'ਚ। ਉਹਨੂੰ ਅੱਲਾ ਦਾ ਨਾਂ ਲੈ ਕੇ ਤੇ ਉਹ ਦਵਾਈ ਪਿਆਣੀ ਸ਼ੁਰੂ ਕਰ ਦਿੱਤੀ। ਉਹ ਸੂਫੀ ਸਾਹਿਬ ਆਂਦੇ ਨੇ ਕਿ ਜਦੋਂ ਪਹਿਲੇ ਦਿਨ ਉਹਨੇ ਪਿਆਇਆ ਨਾ ਉਹਨੂੰ 2 ਚਮਚ, ਤੇ ਸਾਰੀ ਮੰਜੀ ਉਹਦੇ ਪਹਾਨੇ ਨੂੰ ਲੱਗ ਗਿਆ। ਸਾਰੀ ਮੰਜੀ ਜਿਹੜੀ ਹੈ ਉਹ ਕਿਉਂਕਿ ਟੁਰ ਫਿਰ ਨਹੀਂ ਸਕਦਾ, ਤੇ ਉਹ ਸਾਰੀ ਮੰਜੀ ਨਾਲ ਉਹਨੇ ਜਿਹੜੀ ਹੈ ਨਾ ਪਹਾਨੇ ਨਾਲ ਭਰ ਛੜੀ। ਕੁੜੀਆਂ ਨੇ ਚਲੋ ਉਹਨੂੰ ਧੋਤਾ ਤੇ ਉਹ ਜਿੰਨਾ ਵੀ ਗੰਦਾ, ਕਿਉਂਕਿ ਖਿਲਤ ਗੈਂਠੀਆ ਹੁੰਦਾ ਹੀ ਖਿਲਤ ਗਲੀਜ਼ ਧੂਵੇਂ, ਉਹ ਨਾ ਜਿੰਨਾ ਵੀ ਫਸਲ ਮਾਦਾ ਸੀ ਨਾ ਉਹ ਬਾਹਰ ਨਿਕਲ ਆਇਆ। ਫਿਰ ਉਹਨਾਂ ਸ਼ਾਮ ਨੂੰ ਪਿਆ, ਫਿਰ ਅਗਲੇ ਭਲਕੇ ਪਿਆ। 3-4 ਦਿਨ ਖੁੱਲ੍ਹ ਕੇ ਉਹਦੇ ਅੰਦਰੋਂ ਨਾ ਉਹ ਗੰਦਾ ਮਾਦਾ ਜਿਹੜਾ ਫਸਲ ਮਾਦੇ ਖਿਲਤ ਗਲੀਜ਼ ਜੀ ਸੀ। ਇਹਨਾਂ ਨੇ ਹਕੀਮ ਜਿਹੜੇ ਆਂਦੇ ਨੇ, ਪੁਰਾਣੇ ਹਕੀਮ ਜਿਹੜੇ ਨੇ, ਇਹ ਫਲਸਫਾ ਬੁਕਰਾਤ ਦਾ, ਖਿਲਤ ਗਲੀਜ਼ ਦਾ ਜਿਹੜਾ ਫਲਸਫਾ, ਚਾਰੇ ਅਖਲਾਕ ਦਾ ਜਿਹੜਾ ਫਲਸਫਾ ਹੈ ਨਾ, ਇਹਦੇ ਮਤਲਬ ਮੈਂ ਦੱਸ ਵੀ ਚੁੱਕਿਆ, ਤੁਹਾਨੂੰ ਫਿਰ ਵੀ ਦੱਸਾਂਗੇ। ਇਹ ਫਲਸਫਾ ਸਭ ਤੋਂ ਪਹਿਲਾਂ ਫਲਸਫਾ ਬਾਨੀ ਜਿਹੜਾ ਬੁਕਰਾਤ ਹੈ, ਹਕੀਮ ਬੁਕਰਾਤ ਜਿਹਨੂੰ ਬਾਬਾ ਤਿਬ ਵੀ ਕਹਿੰਦੇ ਨੇ। ਤੇ ਉਹ ਨਾ ਸਾਰੇ ਉਹ ਮਾਦੇ ਗੰਦੇ ਮਾਦੇ ਜਿਹੜੇ ਨੇ ਉਹ ਬਾਹਰ ਨਿਕਲੇ, ਫੜਿਆ ਜੋ, ਤੇ ਉਹ ਗੰਦੇ ਮਾਦੇ ਜਿਹੜੇ ਨੇ ਉਹ ਬਾਹਰ ਨਿਕਲ ਆਏ। ਤੇ ਉਹ ਬੰਦਾ ਜਿਹੜਾ ਨਾ ਉਹ ਚੰਦ ਦਿਨਾਂ ਦੇ ਵਿੱਚ ਦੌੜਨ ਭੱਜਣ ਲੱਗ ਪਿਆ, ਉੱਠ ਕੇ ਟੁਰਨ ਫਿਰਨ ਲੱਗ ਪਿਆ। ਫਿਰ ਉਹ ਟੁਰਨ ਫਿਰਨ ਤੋਂ ਅੱਗੇ ਫਿਰ ਦੌੜਨ ਭੱਜਣ ਲੱਗ ਪਿਆ। ਅੱਜ ਕੱਲ੍ਹ ਤੰਦਰੁਸਤ ਹੈ। ਇਹ ਗੱਲ ਸੀ ਤੁਹਾਨੂੰ ਦੱਸਣੀ, ਬੜਾ ਕਾਮਯਾਬ ਇਲਾਜ ਹੈ, ਤੇ ਜ਼ਰੂਰ ਇਹ ਕਰਿਆ ਜੇ, ਜ਼ਰੂਰ ਇਹਦੇ ਵੱਲ ਨਜ਼ਰ ਕਰਿਆ ਜੇ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ। ਮੈਂ ਵਾਂ ਹਕੀਮ ਅਮਰ ਸ਼ਹਿਜ਼ਾਦ ਡਸਕਾ ਤੋਂ, ਤੇ ਨਾਜ਼ਿਕਰਾਮ कमेंट ज़रूर करा जे, वीडियो को शेयर ज़रूर कीजिए करा जे, और इंशाअल्लाह ताला मज़ीद
ਇਲਮੁਲ ਅਕਾਕੀਰ ਯਾਨੀ ਜੜੀ ਬੂਟੀਆਂ ਵੀ ਤੁਹਾਨੂੰ ਵਹਾਵਾਂਗੇ ਔਰ ਮਜ਼ੇ ਦੀਆਂ ਗੱਲਾਂ ਵੀ ਤੁਹਾਨੂੰ ਦੱਸਾਂਗੇ, ਮੁਜਰਬ ਨੁਸਖੇ ਵੀ ਤੁਹਾਨੂੰ ਦੱਸਾਂ ਕਰਾਂਗੇ। ਤੇ ਤੁਸੀਂ ਸਾਡੇ ਨਾਲ ਰਹੋ, ਸਾਡੇ ਚੈਨਲ ਤੇ ਜ਼ਰੂਰ ਆਇਆ ਜੇ ਔਰ ਇਹਨੂੰ ਜ਼ਰੂਰ ਸਬਸਕ੍ਰਾਈਬ ਕਰਾਇਆ ਜੇ, ਤੇ ਬੜੀਆਂ ਸਾਰੀਆਂ ਗੱਲਾਂ ਇਨਸ਼ਾਅੱਲਾ ਤਾਲਾ ਤੁਹਾਡੇ ਨਾਲ ਕਰਾਂਗੇ। ਲਿਆ 2 ਸ਼ੇਰ ਮੈਂ ਪੜ੍ਹ ਦਿਆਂ। ਇਹ ਬਾਬਾ ਜੀ ਦੇ 2 ਸ਼ੇਰ ਸੁਣਿਆ ਜੀ। ਅੱਲਾ ਫੇ ਅੱਲਾ ਚੰਬੇ ਦੀ ਬੂਟੀ ਤੇ ਮੁਰਸ਼ਦ ਮਨ ਮੇਰੇ ਵਿੱਚ ਲਾਈ ਬਾਹੂ ਦਾ ਕਲਾਮ। ਵਾਹ ਨੂਨ ਨਾਲ ਕੁਸੰਗੀ ਸੰਗ ਨਾ ਕਰੀਏ ਤੇ ਕੁਲ ਨੂੰ ਲਾਜ ਨਾ ਲਾਈਏ ਵਾਹ ਤੁਮੇ ਤਰਬੂਜ਼ ਕਦੇ ਨਹੀਂ ਹੁੰਦੇ ਵਾਹ ਵਾਹ ਭਾਵੇਂ ਤੋੜੇ ਮੱਕੇ ਲੈ ਜਾਈਏ ਕਾਵਾਂ ਦੇ ਬੱਚੇ ਕਦੀ ਹਣਸ ਨਹੀਂ ਥੀਂਦੇ ਵਾਹ ਭਾਵੇਂ ਤੋੜੇ ਮੋਤੀ ਜੋਗ ਚ ਗਾਈਏ ਵਾਹ ਸੱਪਾਂ ਦੇ ਪੁੱਤਰ ਕਦੀ ਮਿੱਤਰ ਨਹੀਂ ਹੁੰਦੇ ਵਾਹ ਭਾਵੇਂ ਚੁਲੀਆਂ ਦੁੱਧ ਪਿਆਈਏ ਵਾਹ ਵਾਹ ਖਾਰੇ ਖੂਹ ਕਦੀ ਮਿੱਠੇ ਨਹੀਂ ਹੁੰਦੇ ਯਾ ਹਜ਼ਰਤ ਬਾਹੂ ਭਾਵੇਂ ਸੈਮਣਾ ਗੁੜ ਪਾਈਏ ਵਾਹ ਅੱਲਾ ਵੇ ਤਨ ਮੇਰਾ ਚਸ਼ਮਾ ਹੋਵੀ ਵਾਹ ਮੈਂ ਮੁਰਸ਼ਦ ਵੇਖ ਨਾ ਰੱਜਾਂ ਇਤਨੇ ਡਿਠਿਆਂ ਸਬਰ ਨ ਆਵੀ ਤੇ ਹੋਰ ਕਿਦੇ ਵੱਲ ਭਜਾਂ ਆ ਬਾਬੇ ਹੋਣਾ ਤੁਹਾਨੂੰ ਸ਼ੇਰ ਸੁਣਾਏ ਜੇ, ਤੋਂ ਪਹਿਲਾਂ ਮੈਂ ਨੁਸਖਾ ਵੀ ਤੁਹਾਨੂੰ ਗਿਣਤੀ ਦਾ ਦੱਸ ਚੁੱਕਿਆ ਡਬਲ ਕੰਮ ਤੇ ਅੱਜ ਡਬਲ ਮਜ਼ਾ ਲਿਆ ਜੇ। ਅੱਲਾਹ ਹਾਫਿਜ਼।